So +1 class, after the systems of classification, now I am going to start the kingdoms. Okay, according to the 5 system kingdom of classification, our first kingdom is kingdom Monera. ਚਾਰਟ ਤੁਹਾਨੂੰ ਭੇਜ ਦਿੱਤਾ ਸੀ। ਓਕੇ, ਉਮੀਦ ਹੈ ਕਿ ਬੱਚਿਆਂ ਨੇ ਬਣਾ ਲਿਆ ਹੋਏਗਾ, ਦੇਖ ਲਿਆ ਹੋਏਗਾ ਕਿ ਇਸ ਟੌਪਿਕ ਦੇ ਅੰਡਰ ਅਸੀਂ ਕੀ ਪੜ੍ਹਨਾ ਹੈ। ਸੋ ਕਿੰਗਡਮ ਮੋਨੀਰਾ ਦੇ ਵਿੱਚ ਏਂਸ਼ੀਐਂਟ, ਸਮਾਲੈਸਟ, ਸਿੰਪਲ, ਪ੍ਰੋਕੈਰੀਓਟਸ ਆ ਜਾਂਦੇ ਹੈ। ਪਲੈਂਟੀਫੁਲ ਹੈ ਨਾ, ਕਾਫੀ ਛੋਟੇ ਛੋਟੇ ਮਾਈਕਰੋ ਆਰਗੈਨਿਜ਼ਮ ਹੈ, ਇਸ ਕਰਕੇ ਕਾਫੀ ਜ਼ਿਆਦਾ ਪਾਏ ਜਾਂਦੇ ਹੈ ਦੁਨੀਆ ਦੇ ਉੱਪਰ। ਸੋ ਕਿੰਗਡਮ ਜਿਹੜੀ ਹੈਗੀ ਹੈ ਇਹਨੂੰ ਪ੍ਰੋਕੈਰੀਓਟਾ ਵੀ ਕਹਿੰਦੇ ਹੈ, ਸਮਝਦੇ ਹੋ? ਠੀਕ ਹੈ, ਕਿੰਗਡਮ ਮੋਨੀਰਾ ਅਤੇ ਉਹਨੂੰ ਹੋਰ ਕੀ ਕਹਿੰਦੇ ਆ, ਕਹਿੰਦਾ ਆਲਸੋ ਨੋਨ ਐਜ਼ ਪ੍ਰੋਕੈਰੀਓਟਾ। ਓਕੇ, ਸੋ ਪ੍ਰੋ ਦਾ ਮਤਲਬ ਕੀ ਹੁੰਦਾ ਬੱਚੇ? ਪ੍ਰੋ ਦਾ ਮਤਲਬ ਹੈ ਬਿਫੋਰ। ਪ੍ਰੋਕੈਰੀਓਟ ਦਾ ਮਤਲਬ ਕੀ ਹੈ? ਪ੍ਰੋ ਦਾ ਮਤਲਬ ਵੈਸੇ ਬਿਫੋਰ, ਪਰ ਇੱਥੇ ਕੈਰੀਓਟ ਮਤਲਬ ਬਿਫੋਰ ਨਿਊਕਲੀਅਸ। ਕਿਉਂ? ਬਿਕੋਜ਼ ਕਿ ਜਿਹੜੇ ਮੋਨੀਰਾ ਕਿੰਗਡਮ ਦੇ ਵਿੱਚ ਜਿੰਨੇ ਵੀ ਆਰਗੈਨਿਜ਼ਮ ਆਉਂਦੇ ਉਹਨਾਂ ਦੇ ਕੋਲ ਟਰੂ ਨਿਊਕਲੀਅਸ ਨਹੀਂ ਹੁੰਦਾ। ਟਰੂ ਨਿਊਕਲੀਅਸ ਦਾ ਮਤਲਬ ਤਾਂ ਪਤਾ ਹੀ ਹੋਣਾ, 9th ਕਲਾਸ ਦੇ ਵਿੱਚ ਬਹੁਤ ਸਾਰੇ ਸੈੱਲ ਆਰਗੈਨੈਲੀਜ਼ ਪੜ੍ਹੇ ਆ। ਇਹ ਸੈੱਲ ਦੀ ਬਹੁਤ ਇੰਪੋਰਟੈਂਟ ਆਰਗੈਨੈਲੀ ਹੈ, ਔਰ ਯੂ ਕੈਨ ਸੇ ਕਿ ਬ੍ਰੇਨ ਹੈ। ਜਿੱਦਾਂ ਸਾਡੀ ਬੋਡੀ ਦੇ ਵਿੱਚ ਬ੍ਰੇਨ ਕੰਟਰੋਲ ਕਰਦਾ ਨਾ ਸਾਰਾ ਕੁਝ, ਇਸੇ ਤਰੀਕੇ ਦੇ ਨਾਲ ਕਿਸੇ ਵੀ ਸੈੱਲ ਦੇ ਅੰਦਰ ਉਹਦੀਆਂ ਬਹੁਤ ਸਾਰੀਆਂ ਜਿਹੜੀਆਂ ਐਕਟੀਵਿਟੀਜ਼ ਹੈ, ਉਹਦੇ ਬਹੁਤ ਸਾਰੇ ਜਿਹੜੇ ਫੰਕਸ਼ਨ ਹੈ, ਨਿਊਕਲੀਅਸ ਕੰਟਰੋਲ ਕਰਦਾ। ਠੀਕ, ਸੋ ਇਹਦਾ ਮਤਲਬ ਕਿ ਪ੍ਰੋਕੈਰੀਓਟਸ ਉਹ ਆਰਗੈਨਿਜ਼ਮ ਹੁੰਦੇ ਆ ਜਿਨ੍ਹਾਂ ਦੇ ਕੋਲ ਟਰੂ ਨਿਊਕਲੀਅਸ ਨਹੀਂ ਹੁੰਦਾ। ਹੁਣ ਇਹਦਾ ਕੀ ਮਤਲਬ ਹੈ? ਤੁਸੀਂ ਕਹੋਗੇ ਵੀ ਟਰੂ ਨਿਊਕਲੀਅਸ ਨਹੀਂ ਹੁੰਦਾ, ਬਸ ਵੀ ਜੋ ਵੀ ਨਿਊਕਲੀਅਰ ਮਟੀਰੀਅਲ ਹੈ ਨਾ, ਕਹਿ ਲਓ ਕਿ DNA ਹੈ। DNA ਜੇਕਰ ਨਿਊਕਲੀਅਰ ਮਟੀਰੀਅਲ ਹੈ, ਉਹਦੇ ਆਲੇ ਦੁਆਲੇ ਨਿਊਕਲੀਅਰ ਇਨਵੈਲਪ ਨਹੀਂ ਹੁੰਦੀ ਹੈ, ਕੋਈ ਵੀ ਨਿਊਕਲੀਅਰ ਮੈਂਬਰੇਨ ਨਹੀਂ ਹੁੰਦੀ ਹੈ। ਇਸੇ ਤਰੀਕੇ ਦੇ ਨਾਲ ਪ੍ਰੋਟੀਨਸ ਵੀ ਨਹੀਂ ਜੁੜੀਆਂ ਹੁੰਦੀਆਂ। ਠੀਕ ਹੈ, ਸੋ DNA ਦੇ ਨਾਲ। ਓਕੇ, ਕਿੰਗਡਮ ਮੋਨੀਰਾ ਦੇ ਵਿੱਚ ਕਿਹੜੇ ਕਿਹੜੇ ਆਰਗੈਨਿਜ਼ਮਸ ਆ ਜਾਣੇ ਹੈ? ਬੈਕਟੀਰੀਆ, ਸਾਈਨੋਬੈਕਟੀਰੀਆ, ਆਰਕੀ ਬੈਕਟੀਰੀਆ, ਬਹੁਤ ਹੀ ਛੋਟੇ ਛੋਟੇ ਮਾਈਕੋਪਲਾਜ਼ਮਾਸ, ਰਿਕਟੇਸੀਅਸ, ਐਕਟੀਨੋਮਾਈਸਿਟੀਜ਼। ਇਹ ਤਾਂ ਹੁਣ ਇੱਦਾਂ ਹੀ ਟਰਮਸ ਹੈ, ਜਦੋਂ ਡਿਟੇਲ 'ਚ ਪੜ੍ਹੋਗੇ ਫਿਰ ਪਤਾ ਲੱਗੇਗਾ ਕਿ ਵੀ ਹਾਂਜੀ ਜੀ ਰੈਕਟੀਸੀਅਸ 'ਚ ਕੌਣ ਆ ਜਾਂਦਾ, ਐਕਟੀਨੋਮਾਈਸਿਟੀਜ਼ 'ਚ ਕੌਣ ਆ ਜਾਂਦਾ। ਓਕੇ, ਸੋ ਇਹ ਆਰਗੈਨਿਜ਼ਮ ਜਿਹੜੇ ਆ ਆਹ ਸਾਰੇ ਕਿੰਗਡਮ ਮੋਨੀਰਾ ਦੇ ਅੰਡਰ ਰਹੇ ਹੈ, ਪਰ ਨੈਚੁਰਲੀ ਥੋੜ੍ਹਾ ਬਹੁਤਾ ਕਰੈਕਟਰਿਸਟਿਕਸ ਦੇ ਵਿੱਚ ਡਿਫਰੈਂਸ ਤਾਂ ਹੋਏਗਾ ਹੀ। ਓਕੇ, ਬੈਕਟੀਰੀਆ ਬਹੁਤ ਹੀ ਮਨਿਊਟ, ਯੂਨੀਸੈਲੂਲਰ, ਸਿੰਗਲ ਸੈੱਲ ਦੇ ਬਣੇ ਹੁੰਦੇ ਆ, ਮਾਈਕਰੋਸਕੋਪ ਦੇ ਥੱਲੇ ਹੀ ਨਜ਼ਰ ਆਉਂਦੇ ਹੈ। ਠੀਕ ਹੈ ਨਾ, ਸੋ ਬਹੁਤ ਹੀ ਲੋਅਰ ਆਰਗੈਨਿਜ਼ਮਸ ਹੈਗੇ ਆ, ਇਸ ਕਰਕੇ ਬੋਡੀ ਕੋਈ ਜਿਹੜੀ ਹੈ ਇੰਨੀ ਜ਼ਿਆਦਾ ਡਿਫਰੈਂਸ਼ੀਏਟਿਡ ਨਹੀਂ ਹੈ ਇਹਨਾਂ ਦੀ, ਹੈ ਨਾ। ਐਂਟਨੀ ਵੌਨ ਲੂਈਵਨ ਹੁੱਕ ਜਿਹੜੇ ਸੀਗੇ, ਉਹਨਾਂ ਨੇ 1632 ਤੋਂ 1723 ਦੇ ਵਿੱਚ ਫਸਟ ਮਾਈਕਰੋਸਕੋਪ ਜੋ ਸੀ ਇਨਵੈਂਟ ਕੀਤਾ ਸੀਗਾ। ਠੀਕ ਹੈ, ਅਤੇ ਅਲੱਗ-ਅਲੱਗ ਸਪੈਸੀਮਨਸ ਜਿਹੜੇ ਸੀਗੇ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਟੀਥ ਦੇ ਉੱਪਰੋਂ ਦੀ, ਠੀਕ ਹੈ ਨਾ, ਸੋ ਸਾਡੀ ਟੀਥ ਦੇ ਉੱਪਰ ਕੁਛ ਨਾ ਕੁਛ ਜੰਮਿਆ ਹੀ ਰਹਿੰਦਾ, ਸੋ ਆਪਣੇ ਟੀਥ ਦੇ ਉੱਪਰੋਂ ਦੀ, ਠੀਕ ਹੈ ਜੀ, ਮਟੀਰੀਅਲ ਉਤਾਰ ਕੇ ਉਹਨੂੰ ਸਭ ਤੋਂ ਪਹਿਲਾਂ ਮਾਈਕਰੋਸਕੋਪ ਦੇ ਥੱਲੇ ਦੇਖਿਆ ਸੀਗਾ। ਫਸਟ ਮਾਈਕਰੋਸਕੋਪ ਇਨ 17th century ਐਂਡ ਅਬਜ਼ਰਵਡ ਡਿਫਰੈਂਟ ਸਪੈਸੀਮਨਸ, ਹੈ ਨਾ, ਆਪਣੇ ਟੀਥ ਤੋਂ ਲੈ ਕੇ। ਓਕੇ, ਫਿਰ 10 ਜੂਨ 1675 ਈਸਵੀ ਦੇ ਵਿੱਚ, ਠੀਕ ਹੈ, ਸੋ ਬੈਕਟੀਰੀਆ ਜਿਹੜੇ ਸੀਗੇ ਨਾ ਉਹਨਾਂ ਨੇ ਮਾਈਕਰੋਸਕੋਪ ਦੇ ਥੱਲੇ ਦੇਖਿਆ। ਕਿੰਨੇ? ਐਂਟਨੀ ਵੌਨ ਲੂਈਵਨ ਹੁੱਕ ਨੇ, ਅਤੇ ਉਹਨੇ ਦੇਖਿਆ ਕਿ ਇਹ ਕੀ ਨੇ? ਐਨੀਮੈਲਕਿਊਲਸ। ਐਨੀਮੈਲਕਿਊਲਸ ਦਾ ਮਤਲਬ ਬਹੁਤ ਛੋਟੇ ਛੋਟੇ ਜਾਨਵਰ ਹੈ, ਇਹਨਾਂ ਦਾ ਸਾਈਜ਼ ਬਹੁਤ ਛੋਟਾ ਹੈ, ਪਰ ਇਹ ਮੂਵ ਕਰ ਰਹੇ ਹੈ। ਠੀਕ ਹੈ, ਬਾਅਦ ਦੇ ਵਿੱਚ ਐਹਰਨਬਰਗ ਜਿਹੜੇ ਸੀਗੇ ਨਾ, ਐਂਟਨੀ ਵੌਨ ਨੇ ਨਹੀਂ ਇਹਨਾਂ ਨੂੰ ਬੈਕਟੀਰੀਆ ਨਾਮ ਦਿੱਤਾ, ਉਹਨੇ ਇਹਨਾਂ ਨੂੰ ਕਿਹਾ ਕਿ ਐਨੀਮੈਲਕਿਊਲਸ ਹੈ, ਜਾਨਵਰਾਂ ਵਰਗੇ ਛੋਟੇ ਛੋਟੇ ਸਟਰਕਚਰ ਹੈ। ਬਟ ਐਹਰਨਬਰਗ ਜਿਹੜੇ ਸੀਗੇ ਉਹਨਾਂ ਨੇ 1838 ਦੇ ਵਿੱਚ ਇਹਨੂੰ ਨਾਮ ਦਿੱਤਾ ਬੈਕਟੀਰੀਆ। ਓਕੇ, ਫਿਰ ਬੈਕਟੀਰੀਓਲੋਜੀ ਕੀ ਹੈ? ਸੋ ਇਹ ਉਹ ਬ੍ਰਾਂਚ ਹੈ ਸਾਇੰਸ ਦੀ, ਇਹ ਡੈਫੀਨੇਸ਼ਨਸ ਛੋਟੀਆਂ ਛੋਟੀਆਂ ਲਿਖ ਲੈਣੀਆਂ। ਬੈਕਟੀਰੀਓਲੋਜੀ ਦ ਬ੍ਰਾਂਚ ਆਫ ਦਾ ਸਾਇੰਸ ਦੈਟ ਡੀਲਸ ਵਿਦ ਦਾ ਸਟੱਡੀ ਆਫ ਦਾ ਬੈਕਟੀਰੀਆ। ਓਕੇ, ਲੂਇਸ ਪਾਸਚਰ ਜਿਹੜੇ ਸੀਗੇ ਉਹਨਾਂ ਨੇ ਫਿਰ ਬੈਕਟੀਰੀਓਲੋਜੀ ਜਿਹੜੀ ਸੀ ਉਹਦੀ ਫਾਊਂਡੇਸ਼ਨ ਕੀਤੀ। ਉਹਨਾਂ ਨੇ ਦੱਸਿਆ ਕਿ ਹਾਂ ਬੈਕਟੀਰੀਓਲੋਜੀ ਵੀ ਇੱਕ ਬ੍ਰਾਂਚ ਹੈ ਸਾਇੰਸ ਦੀ ਜਿਹੜੀ ਕਿ ਬੈਕਟੀਰੀਆ ਦੇ ਨਾਲ ਡੀਲ ਕਰਦੀ ਹੈ। ਨੇਮ ਤੋਂ ਹੀ ਪਤਾ ਲੱਗ ਰਿਹਾ, ਸਮਝ ਆ ਗਈ। ਅਕਰੈਂਸ, ਬੈਕਟੀਰੀਆ ਜੋ ਹੈ ਕਿੱਥੇ ਕਿੱਥੇ ਪਾਏ ਜਾਂਦੇ ਹੈ? ਯੂਬੀਕੁਟਸ ਦਾ ਮਤਲਬ ਐਨੀਵੇਅਰ ਐਵਰੀਵੇਅਰ, ਦੁਨੀਆ ਦੇ ਵਿੱਚ ਕਿਤੇ ਵੀ ਪਾਏ ਜਾ ਸਕਦੇ, ਹਵਾ 'ਚ ਵੀ, ਪਾਣੀ 'ਚ ਵੀ, ਮਿੱਟੀ ਦੇ ਵਿੱਚ ਵੀ, ਹਰ ਜਗ੍ਹਾ ਤੁਹਾਨੂੰ ਮਿਲਣਗੇ। ਬਸ ਕੁਛ ਥੋੜ੍ਹੀਆਂ ਜਗ੍ਹਾ ਹੈ ਵੀ ਨੇ, ਰੌਕਸ ਦੇ ਵਿੱਚ, ਬਹੁਤ ਜ਼ਿਆਦਾ ਡੀਪ ਰੌਕਸ ਦੇ ਵਿੱਚ ਨਹੀਂ ਤੁਹਾਨੂੰ ਮਿਲਣਗੇ, ਬਹੁਤ ਉੱਚੀਆਂ ਪਹਾੜੀਆਂ ਦੇ ਉੱਪਰ ਤੁਹਾਨੂੰ ਨਹੀਂ ਮਿਲਣਗੇ, ਵੋਲਕੈਨੋਸ 'ਚ ਤੁਹਾਨੂੰ ਨਹੀਂ ਮਿਲਣਗੇ। ਅਤੇ ਜਿਹੜੇ ਹੈਲਦੀ ਐਨੀਮਲਸ ਹੁੰਦੇ ਆ ਨਾ, ਨੈਚੁਰਲੀ ਜਿਹੜੇ ਹੈ ਹੀ ਹੈਲਦੀ ਐਨੀਮਲਸ ਹੈ, ਉਹਨਾਂ ਨੂੰ ਕੋਈ ਪ੍ਰੋਬਲਮ ਹੀ ਹੈ ਨਹੀਂ, ਉਹਨਾਂ ਦੇ ਬਲੱਡ ਵਿੱਚ ਨਹੀਂ ਹੋਣਗੇ। ਓਕੇ, ਦੂਸਰੀ ਗੱਲ ਟਰਮਸ ਯੂਜ਼ ਕੀਤੀ ਹੋਈ ਹੈ, ਬਹੁਤ ਠੰਡੀ ਜਗ੍ਹਾ ਦੇ ਉੱਤੇ ਜਿਹੜੇ ਤੁਹਾਨੂੰ ਬੈਕਟੀਰੀਆ ਮਿਲਣਗੇ, ਜਿਵੇਂ ਕਿ ਸਾਈਕਰੋਫਿਲਿਕ,
-190 ਡਿਗਰੀ ਸੈਲਸੀਅਸ ਟੈਂਪਰੇਚਰ 'ਤੇ ਰਹਿ ਸਕਦੇ ਆ। ਥਰਮੋਫਿਲਿਕ ਜਿਹੜੇ ਕਿ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਦੇ ਉੱਪਰ ਰਹਿ ਸਕਦੇ ਆ, ਕਿੰਨਾ 78 ਡਿਗਰੀ ਸੈਲਸੀਅਸ। ਸਮਝਦੇ ਪਏ ਹੋ? ਤਾਂ ਕੀ ਪਤਾ ਲੱਗਾ, ਜਿਹੜੇ ਬੈਕਟੀਰੀਆ ਬਹੁਤ ਜ਼ਿਆਦਾ ਹਾਈ ਟੈਂਪਰੇਚਰ ਨੂੰ ਬਰਦਾਸ਼ਤ ਕਰ ਸਕਦੇ ਆ, ਠੀਕ ਆ, ਉਹਨਾਂ ਨੂੰ ਕਹਿੰਦੇ ਥਰਮੋਫਿਲਿਕ। ਕਹਿੰਦੇ ਜਿਹੜੇ ਸਾਡੇ ਘਰਾਂ ਦੇ ਵਿੱਚ ਗੀਜ਼ਰਸ ਲੱਗੇ ਹੋਏ ਆ ਨਾ, ਤੇ ਗੀਜ਼ਰ ਤਾਂ ਬਹੁਤ ਗਰਮ ਪਾਣੀ ਦਿੰਦੇ ਆ, ਉੱਥੇ ਵੀ ਬੈਕਟੀਰੀਆ ਪ੍ਰੈਜ਼ੈਂਟ ਹੁੰਦੇ ਆ, ਉਹਨਾਂ ਨੂੰ ਕੀ ਕਹਿੰਦੇ ਆ, ਥਰਮੋਫਿਲਿਕ, ਜਿਹੜੇ ਬਹੁਤ ਜ਼ਿਆਦਾ ਗਰਮ ਜਗ੍ਹਾ 'ਤੇ ਪਾਏ ਜਾਂਦੇ ਆ। ਓਕੇ, ਜਿਹੜੇ ਬੈਕਟੀਰੀਆ ਜਿਹੜੇ ਆ ਠੰਡੀਆਂ ਜਗ੍ਹਾ 'ਤੇ ਪਾਏ ਜਾਂਦੇ ਆ, ਉਹਨਾਂ ਨੂੰ ਕੀ ਕਹਿੰਦੇ ਆ, ਸਾਈਕਰੋਫਿਲਿਕ। ਸਾਈਜ਼ ਬੈਕਟੀਰੀਆ ਅਸੀਂ ਪਹਿਲਾਂ ਹੀ ਕਹਿ ਰਹੇ ਹਾਂ ਮਾਈਕਰੋਸਕੋਪਿਕ ਹੈ। ਸੋ 1 ਮਾਈਕਰੋਮੀਟਰ ਤੋਂ ਲੈ ਕੇ 10 ਮਾਈਕਰੋਮੀਟਰ ਲੈਂਥ ਦੇ ਵਿੱਚ ਹੋ ਸਕਦੇ ਆ, ਅਤੇ ਜੇਕਰ ਅਸੀਂ ਕਹੀਏ ਵਿਡਥ, ਉਹਨਾਂ ਦੀ ਚੌੜਾਈ ਜਿਹੜੀ ਹੈਗੀ ਆ ਉਹ 0.7 ਮਾਈਕਰੋਮੀਟਰ ਟੂ 1.5 ਮਾਈਕਰੋਮੀਟਰ ਹੋ ਸਕਦੇ ਆ। ਠੀਕ ਹੈ ਜੀ। ਅੱਛਾ, ਇੱਕ ਜਿਹੜਾ ਛੋਟੇ ਤੋਂ ਛੋਟਾ ਬੈਕਟੀਰੀਆ ਜਿਹੜਾ ਹੈ ਨਾ, ਉਹਦਾ ਜਿਹੜਾ ਸਾਈਜ਼ ਹੈ ਉਹ 0.1 ਮਾਈਕਰੋਮੀਟਰ ਤੋਂ ਜ਼ਿਆਦਾ ਨਹੀਂ ਹੁੰਦਾ। ਸੁਣਦੇ ਪਏ ਹੋ? ਕੰਪੀਟੀਸ਼ਨ ਦੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਨੇ, ਤੁਹਾਨੂੰ ਪੁੱਛਿਆ ਜਾ ਸਕਦਾ ਕਿ ਸਮਾਲੈਸਟ ਬੈਕਟੀਰੀਆ ਦਾ ਸਾਈਜ਼, ਠੀਕ ਹੈ, ਸੋ ਨੋਟ ਮੋਰ ਦੈਨ 0.1 ਮਾਈਕਰੋਮੀਟਰ, ਹੈ ਨਾ। ਅੱਛਾ, ਜਦ ਕਿ ਜਿਹੜਾ ਲਾਰਜੈਸਟ ਬੈਕਟੀਰੀਆ ਵੀ ਹੋਏਗਾ ਨਾ, ਉਹਦਾ ਸਾਈਜ਼ ਵੀ ਵੱਧ ਤੋਂ ਵੱਧ ਕਿੰਨਾ ਹੋਏਗਾ, 500 ਮਾਈਕਰੋਮੀਟਰ। ਤੋਂ ਤੁਹਾਨੂੰ ਐਗਜ਼ਾਮਪਲ ਵੀ ਦਿੱਤੀ ਹੋਈ ਹੈ, ਲਾਰਜੈਸਟ ਬੈਕਟੀਰੀਆ ਜਿਹੜਾ ਹੈ ਨਾ, ਉਹਦੀ ਐਗਜ਼ਾਮਪਲ ਦਿੱਤੀ ਹੋਈ ਹੈ ਬੈਗੀ ਏਓਟਾ ਮਿਰਾਬਿਲਿਸ। ਓਕੇ, ਜਿਹੜਾ ਕਿ ਕਿੰਨਾ ਹੈ 16 to 45 ਮਾਈਕਰੋ ਹੈ। ਠੀਕ ਹੈ ਜੀ। ਸੋ ਡਾਇਆਮੀਟਰ ਦੇ ਵਿੱਚ, ਸੈਂਟੀਮੀਟਰਸ ਦੇ ਵਿੱਚ ਇਹਦੀ ਲੰਬਾਈ ਹੈ। ਸਮਝਦੇ ਪਏ ਹੋ? ਓਕੇ, ਸ਼ੇਪ ਅਲੱਗ-ਅਲੱਗ ਤਰ੍ਹਾਂ ਦੀ ਹੋ ਸਕਦੀ। ਦੇਖੋ ਕਿੰਨੀ ਤਰ੍ਹਾਂ ਦੇ ਤੁਹਾਨੂੰ ਬੈਕਟੀਰੀਆ ਦਿਖਾਏ ਹੋਏ ਆ, ਕਿਤੇ ਗੋਲ, ਕਿਤੇ ਰੋਡ ਸ਼ੇਪ, ਨਹੀਂ, ਠੀਕ ਹੈ। ਸੋ ਕਿਤੇ ਮਾਈਸੀਲੀਅਮ, ਫੰਜਾਈ ਵਰਗੇ, ਫੰਗਸ ਜਿਹੜੀ ਹੁੰਦੀ ਹੈ ਨਾ, ਉਹਦੇ ਮਾਈਸੀਲੀਆ ਇਸ ਤਰ੍ਹਾਂ ਦੇ ਹੁੰਦੇ ਆ। ਆ ਦੇਖੋ ਸਪਾਇਰਲ ਸ਼ੇਪ, ਉਹਦੇ ਤੋਂ ਇਹਦਾ ਨਾਮ ਆ ਗਿਆ ਸੀ ਸਪਿਰੂਲਮ। ਕੋਮਾ ਸ਼ੇਪ, ਇਹ ਕੋਮਾ ਦੀ ਸ਼ੇਪ ਦੇ ਹੈ। ਵਿਬਰਿਓਏ, ਬਰਡਸ ਬਣੀਆਂ ਹੋਈਆਂ ਨੇ। ਓਕੇ, ਇਹ ਡਿਫਰੈਂਟ ਸ਼ੇਪਸ ਹੈਗੀਆਂ ਨੇ ਬੈਕਟੀਰੀਆ ਦੀਆਂ, ਇਸੇ ਕਰਕੇ ਬੈਕਟੀਰੀਆ ਨੂੰ ਕਹਿੰਦੇ ਪਲੀਓਮੋਰਫਿਕ। ਇੱਕ ਹੋਰ ਟਰਮ ਆ ਗਈ, ਵਾਟ ਡੂ ਯੂ ਮੀਨ ਬਾਈ ਪਲੀਓਮੋਰਫਿਕ? ਸੋ ਦ ਬੈਕਟੀਰੀਆਸ ਦੇ ਕੈਨ ਚੇਂਜ ਦੇਅਰ ਸ਼ੇਪ, ਆਪਣੀ ਸ਼ੇਪ ਨੂੰ ਬਦਲ ਵੀ ਸਕਦੇ। ਇਹਦਾ ਮਤਲਬ ਇਹਦੀਆਂ ਬੜੀਆਂ ਸਾਰੀਆਂ ਸ਼ੇਪਸ ਹੋ ਸਕਦੀਆਂ, ਇਸ ਕਰਕੇ ਅਸੀਂ ਇਹਦੇ ਲਈ ਕੀ ਟਰਮ ਯੂਜ਼ ਕਰਦੇ ਹਾਂ, ਪਲੀਓਮੋਰਫਿਕ। ਓਕੇ, ਜਿੱਦਾਂ ਇਨਵਾਇਰਮੈਂਟ ਦੇ ਵਿੱਚ ਚੇਂਜਸ ਆਉਂਦੀਆਂ ਨਾ, ਬੈਕਟੀਰੀਆ ਆਪਣੀ ਸ਼ੇਪ ਅਤੇ ਸਾਈਜ਼ ਵੀ ਚੇਂਜ ਕਰ ਸਕਦਾ ਹੈ, ਇਸ ਕਰਕੇ ਕਹਿੰਦੇ ਪਲੀਓਮੋਰਫਿਕ। ਪੜ੍ਹ ਲਿਆ ਹੁਣ ਬੜੀ ਤਰ੍ਹਾਂ ਦੇ ਬੈਕਟੀਰੀਆ। ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਏ ਕੋਕਸ ਬੈਕਟੀਰੀਆ। ਕੋਕਸ ਬੈਕਟੀਰੀਆ ਦੀ ਸ਼ੇਪ ਕੁਛ ਵੀ ਹੋ ਸਕਦੀ ਹੈ, ਸਫੈਰੀਕਲ ਵੀ ਹੋ ਸਕਦੇ ਹੈ, ਓਵਾਇਡ, ਅਲਿਪਸੋਇਡਲ ਅਤੇ ਓਵਾਇਡ ਇੱਕੋ ਗੱਲ ਆ, ਥੋੜ੍ਹੇ ਜਿਹੇ ਓਵਾਇਡ ਹੈ, ਥੋੜ੍ਹੇ ਜਿਹੇ ਚਪਟੇ ਐਗ ਵਰਗੇ ਹੈਗੇ ਆ, ਹੈ ਨਾ। ਹੁਣ ਕੋਕਸ ਬੈਕਟੀਰੀਆ ਹੀ ਕਿੰਨੀ ਤਰ੍ਹਾਂ ਦੇ ਆ, ਜੇਕਰ ਤਾਂ ਉਹ ਇਕੱਲੇ ਪਏ ਹੋਏ ਆ ਮੋਨੋਕੋਕਸ, ਜੇ 2-2 ਦਾ ਜੋੜਾ ਬਣਿਆ ਹੋਇਆ ਤਾਂ ਡਾਈਕੋਕਸ, ਜੇਕਰ 4-4 ਬੈਕਟੀਰੀਆ ਵੀ ਜੁੜੇ ਹੋਏ ਇੱਕ ਦੂਸਰੇ ਦੇ ਨਾਲ ਟੈਟਰਾ, ਜੇਕਰ ਉਹ ਚੇਨ ਬਣਾ ਰਹੇ ਆ ਸਟੈਪਟੋ। ਸਮਝਦੇ ਪਏ ਗੱਲ ਨੂੰ? ਠੀਕ ਹੈ। ਅੱਛਾ, ਜੇਕਰ ਉਹਨਾਂ ਨੇ ਪੂਰੀ ਸ਼ੀਟ ਬਣਾ ਲਈ ਹੈ, ਦੇਖੋ ਜੁੜ ਕੇ ਪੂਰੀ ਸ਼ੀਟ ਬਣਾ ਲਈ ਹੈ, ਸਟੈਪੀਲੋ। ਗੱਲ ਸਮਝ ਆ ਰਹੀ? ਤਾਂ ਲਾਸਟ ਤੁਹਾਡੇ ਕੋਲ ਕਿਹੜੇ ਆ ਜਾਂਦੇ ਆ, ਠੀਕ ਹੈ, ਜਿਹਦੇ 'ਚ ਕੀ ਹੈ 4-4 ਕਿਊਬ ਦੀ ਫੋਰਮ ਦੇ ਵਿੱਚ 8 ਬੈਕਟੀਰੀਆ ਜੁੜੇ ਹੋਏ ਆ, ਠੀਕ ਹੈ। ਉਹਨਾਂ ਨੂੰ ਕੀ ਕਹਿੰਦੇ ਆ, ਸਰਸੀਨਾ। 4 ਤੁਹਾਨੂੰ ਇੱਥੇ ਨਜ਼ਰ ਆ ਰਹੇ ਨਾ, ਪਿਛਲੇ 4 ਘੱਟ ਨਜ਼ਰ ਆਉਣਗੇ। ਸੋ ਇਹ ਕੀ ਹੈ, 8 ਬੈਕਟੀਰੀਆ ਦਾ ਗਰੁੱਪ ਹੈ ਸਰਸੀਨਾ, ਐਗਜ਼ਾਮਪਲ ਹੈਗੀ ਹੈ, ਠੀਕ ਹੈ। ਸੋ ਇਹ ਸੀ ਤੁਹਾਡੇ ਕੋਲ ਡਿਫਰੈਂਟ ਟਾਈਪ ਦੇ, ਸਿਰਫ ਕਿਹੜੇ ਬੈਕਟੀਰੀਆ, ਕੋਕਸ, ਜਿਹੜੇ ਕਿ ਜਾਂ ਤਾਂ ਸਫੈਰੀਕਲ ਹੋ ਸਕਦੇ ਆ ਸ਼ੇਪ ਦੇ ਵਿੱਚ, ਜਾਂ ਫਿਰ ਐਲਿਪਟੀਕਲ। ਅੱਗੇ ਤੁਹਾਡੇ ਕੋਲ ਆ ਗਏ ਬੇਸੀਲਸ। ਆ ਉੱਪਰ ਵਾਲੇ ਸਾਰੇ ਬੇਸੀਲਸ ਬੈਕਟੀਰੀਆ ਹੈਗੇ ਆ, ਠੀਕ ਹੈ ਜੀ। ਬੇਸੀਲਸ ਬੈਕਟੀਰੀਆ ਸਟ੍ਰੇਟ ਰੋਡ ਦੀ ਸ਼ੇਪ, ਜਿੱਦਾਂ ਕੋਈ ਰੋਡ ਹੁੰਦੀ ਹੈ ਨਾ, ਉੱਦਾਂ ਦੀ ਸ਼ੇਪ ਦੇ ਬੈਕਟੀਰੀਆ ਹੈਗੇ ਆ। ਇਹਨਾਂ ਦੀਆਂ ਐਂਡ ਬਾਲਸ, ਮਤਲਬ ਇਹਨਾਂ ਦੇ ਜਿਹੜੇ ਕਿਨਾਰੇ ਹੈਗੇ ਥੋੜ੍ਹੇ ਤਿੱਖੇ ਵੀ ਹੋ ਸਕਦੇ ਆ, ਕਨਵੈਕਸ ਸ਼ੇਪ ਦੇ ਵਿੱਚ ਵੀ ਹੋ ਸਕਦੇ ਆ, ਠੀਕ ਹੈ। ਅੱਗੇ ਤੁਹਾਡੇ ਕੋਲ ਆ ਗਏ ਸਪੀਰੂਲਮ ਬੈਕਟੀਰੀਆ, ਕਿਹੜੇ ਮਤਲਬ ਕਿ ਸਪਾਇਰਲ ਸ਼ੇਪਡ ਕੁਆਇਲਡ, ਮੈਂ ਤੁਹਾਨੂੰ ਦੱਸਿਆ ਹੀ ਹੈ, ਠੀਕ ਹੈ ਨਾ। ਸੋ ਸਪਾਇਰਲ ਫੋਮ ਹੋ ਸਕਦੀ ਹੈ, ਦੋ ਜਾਂ ਦੋ ਨਾਲੋਂ ਜ਼ਿਆਦਾ ਜਿਹੜੇ ਆ ਫਲੈਜੈਲਾ ਹੋ ਸਕਦੇ ਹੈ। ਫਲੈਜੈਲਾ ਕਿਉਂਕਿ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਹੈਲਪ ਕਰਦੇ ਹੈ, ਠੀਕ ਹੈ। ਆ ਦੇਖੋ ਸਪੀਰੂਲਮ ਹੈ, ਵੱਲ ਪਏ ਹੋਏ ਆ। ਅੱਗੇ ਤੁਹਾਡੇ ਕੋਲ ਇੱਥੇ ਪਹਿਲਾਂ ਮੈਂ ਡਾਇਗਰਾਮ ਦਿਖਾ ਦਿੰਦੀ ਹਾਂ ਤੁਹਾਨੂੰ, ਠੀਕ ਹੈ ਨਾ, ਫਿਰ ਮੈਂ ਪਿੱਛੇ ਐਕਸਪਲੇਨ ਕਰ ਦਿੰਦੀ ਹਾਂ। ਹਾਂ, ਆ ਬੇਸੀਲਸ ਬਾਰੇ ਵਿੱਚ ਵੀ ਕੋਈ ਐਸੀ ਗੱਲ ਨਹੀਂ ਹੈ। ਇਹ ਕੀ ਬੱਚੇ, ਜੇਕਰ ਇੱਕ ਬੈਕਟੀਰੀਆ ਅਤੇ ਇਕੱਲਾ ਬੇਸੀਲਸ, 2 ਬੈਕਟੀਰੀਆ ਜੁੜੇ ਹੋਏ ਆ ਅਤੇ ਡਿਪਲੋਬੇਸੀਲਸ, ਜੇਕਰ ਬੈਕਟੀਰੀਆ ਇਸ ਤਰ੍ਹਾਂ ਜੁੜੇ ਹੋਏ ਆ, ਢੇਰ ਲੱਗਾ ਹੋਇਆ 1 ਤੋਂ 2 ਜਾਂ ਤੀਜਾ ਇੱਕ ਦੂਜੇ ਦੇ ਥੱਲੇ ਆ, ਠੀਕ ਹੈ, ਤਾਂ ਪੈਲੀਸੇਡ ਬੇਸੀਲਸ ਅਤੇ ਜਾਂ ਫਿਰ ਸਟੈਪਟੋਬੇਸੀਲਸ। ਇਸ ਤਰੀਕੇ ਨਾਲ ਦੇਖੋ ਚੇਨ ਬਣੀ ਹੋਈ ਹੈ ਬੈਕਟੀਰੀਆ ਦੀ। ਇਹ ਕਿਹੜੀ ਕਿਸਮ ਦੇ ਬੈਕਟੀਰੀਆ, ਸਾਰੀਆਂ ਟਾਈਪਸ ਕਿਹਦੀਆਂ, ਬੇਸੀਲਸ ਦੀਆਂ, ਠੀਕ ਹੈ ਜੀ। ਇਹ ਫਿਰ ਕੱਲੀ ਟਾਈਪ ਹੈ।
ਇਹ ਸਪਾਇਰਲ ਸ਼ੇਪਡ ਹੈ, ਕੋਮਾ ਸ਼ੇਪਡ ਹੈ, ਫੰਗਸ ਦੇ ਮਾਈਸੀਲੀਆ ਵਰਗੇ ਆ। ਇਹ ਦੇਖੋ ਸਟੋਕਡ, ਜਿਵੇਂ ਕੋਈ ਬੋਟਲ ਪਈ ਹੁੰਦੀ ਹੈ ਨਾ, ਉਹਦੀ ਸਟੋਕ ਤੇ ਬਡ ਲਾਈਕ ਸਟਰਕਚਰ ਹੈ ਬੈਕਟੀਰੀਆ ਦੇ ਉੱਪਰ। ਇਹ ਤੁਸੀਂ ਇੱਕ ਵਾਰੀ ਡਾਇਗਰਾਮਸ ਦੇਖ ਲਓ। ਆਹ ਕਹਿ ਰਹੀ ਸੀ ਮੈਂ ਫਲੈਜੈਲਾ ਪ੍ਰੈਜ਼ੈਂਟ ਹੈ, ਇੱਕ ਨਾਲੋਂ ਜ਼ਿਆਦਾ। ਇਹਨਾਂ ਕੋਲ ਇੱਕ ਫਲੈਜੈਲਾ ਹੀ ਹੈ ਨਾ। ਸੋ ਮੂਵਮੈਂਟ ਦੇ ਵਿੱਚ ਹੈਲਪ ਕਰਦੇ ਆ ਫਲੈਜੈਲਾ, ਠੀਕ ਹੈ ਜੀ। ਸੋ ਸਪਿਰੂਲਮ ਬੈਕਟੀਰੀਆ ਜਿਹੜੇ ਹੈਗੇ ਆ ਸਪਾਇਰਲ ਸ਼ੇਪਡ ਹੈ, ਕੁਆਇਲਡ ਹੈ, ਰਿਜਿਡ ਹੈ, ਠੀਕ ਹੈ। ਸੋ ਦੋ ਨਾਲੋਂ ਇਹਨਾਂ ਦੇ ਐਂਡਸ ਦੇ ਉੱਤੇ ਫਲੈਜੈਲਾ ਹੋ ਸਕਦੇ ਆ। ਵਿਬਰੀਓ ਮਤਲਬ ਕਿ ਰੋਡ ਸ਼ੇਪ, ਇੱਕ ਹੀ ਕਰਵ ਹੈ ਉਹਨਾਂ ਦੇ ਅੰਦਰ, ਨਹੀਂ, ਠੀਕ ਹੈ ਨਾ। ਜਿੱਦਾਂ ਸਪਿਰੂਲਮ ਦੇ ਵਿੱਚ ਤਾਂ ਕਿੰਨੇ ਵੱਲ ਪਏ ਹੋਏ ਸੀਗੇ, ਠੀਕ ਹੈ ਨਾ। ਤਾਂ ਪਰ ਵਿਬਰੀਓ ਦੇ ਵਿੱਚ ਇੱਕ ਹੀ ਕਰਵ ਹੈ। ਤਾਂ ਦੇਖੋ ਲੱਗਦੇ ਆ ਨਾ ਥੋੜ੍ਹਾ ਦੇਖਣ ਦੇ ਵਿੱਚ ਸੀ ਸ਼ੇਪ ਇਸ ਤਰ੍ਹਾਂ। ਕਰਵ ਦਾ ਮਤਲਬ ਡੂੰਘਾਪਨ, है ना। तो एक ही ਕਰਵ ਪ੍ਰੈਜ਼ੈਂਟ ਹੈਗੀ ਇਹਨਾਂ ਬੈਕਟੀਰੀਆ ਦੇ ਅੰਦਰ, ਵਿਬਰੀਓ ਦੇ ਅੰਦਰ, ਓਕੇ, ਠੀਕ ਹੈ। ਸੋ ਇੱਕ ਜਾਂ ਇੱਕ ਨਾਲੋਂ ਜ਼ਿਆਦਾ, ਇੱਕ ਪੋਲ ਦੇ ਉੱਤੇ ਇੱਕ ਹੀ ਫਲੈਜੈਲਾ ਇਹਦੇ ਕੇਸ ਦੇ ਵਿੱਚ ਹੋ ਸਕਦੇ। ਸਪਿਰੂਲਮ ਦੇ ਵਿੱਚ ਇੱਕ ਨਾਲੋਂ ਜ਼ਿਆਦਾ ਕਿਹਾ ਸੀ ਮੈਂ। ਵਿਬਰੀਓ ਦੇ ਵਿੱਚ ਕੀ ਹੈ, ਇਸ ਕਿਸਮ ਦੇ ਬੈਕਟੀਰੀਆ ਦੇ ਵਿੱਚ ਇੱਕ ਫਲੈਜੈਲਾ ਹੀ ਹੁੰਦਾ ਹੈ। ਫਿਲਾਮੈਂਟ ਮੈਂ ਪਹਿਲਾਂ ਹੀ ਦੱਸਿਆ ਕਿ ਫੰਗਸ ਦੇ ਮਾਈਸੀਲੀਆ ਹੈਗੇ ਆ, ਥਰੈਡ ਲਾਈਕ ਸਟਰਕਚਰ ਹੈਗੇ ਆ, ਹੈ ਨਾ, ਠੀਕ ਹੈ। ਸੋ ਫਿਲਾਮੈਂਟ ਜਿਹੜੇ ਆ ਬਹੁਤ ਸਮਾਲ ਹੈ। ਐਗਜ਼ਾਮਪਲ ਦੇਖ ਲੈਣੀ, ਸਟੋਕਡ, ਠੀਕ ਹੈ। ਇਸ ਬੈਕਟੀਰੀਆ ਦੀ ਜਿਹੜੀ ਬੋਡੀ ਆ ਉਹਦੇ 'ਚ ਥੱਲੇ ਇੱਕ ਸਟੋਕ ਲੱਗੀ ਹੋਈ, ਮੈਂ ਦਿਖਾਇਆ ਤੁਹਾਨੂੰ। ਬਡਡ, ਇਹ ਜਿਹੜੇ ਬੈਕਟੀਰੀਆ ਹੈਗੇ ਆ ਇਹ ਕਿਤੋਂ ਸਬੂਲਣ ਹੁੰਦੇ ਆ, ਕਿਸੇ ਜਗ੍ਹਾ ਤੋਂ ਮੋਟੇ ਸਟਰਕਚਰ ਹੁੰਦੇ ਇਹਨਾਂ ਦੇ ਉੱਪਰ, ਬਰਡਸ, ਓਕੇ। ਐਗਜ਼ਾਮਪਲ ਤੁਸੀਂ ਪੜ੍ਹਨੀ ਹੈ ਇੱਕ ਫਲੈਜੀਲੇਸ਼ਨ ਦੇ ਅਕੋਰਡਿੰਗਲੀ। ਹੁਣ ਬੈਕਟੀਰੀਆ ਮੈਂ ਤੁਹਾਨੂੰ ਦੱਸ ਦਿੱਤਾ, ਫਲੈਜੈਲਾ ਬਹੁਤ ਜ਼ਿਆਦਾ ਹੈਲਪ ਕਰਦੇ ਆ ਬੈਕਟੀਰੀਆ ਦੀ ਮੂਵਮੈਂਟ ਦੇ ਵਿੱਚ। ਹੁਣ ਕਿਸੇ ਬੈਕਟੀਰੀਆ ਨੂੰ ਕਿੰਨੇ ਫਲੈਜੈਲਾ ਲੱਗੇ ਆ, ਕਿੱਥੇ ਲੱਗੇ ਆ, ਉਹਦੇ ਅਕੋਰਡਿੰਗਲੀ ਵੀ ਬੈਕਟੀਰੀਆ ਦੀਆਂ ਟਾਈਪਸ ਹੈ। ਉੱਪਰ ਵਾਲੀਆਂ ਜਿਹੜੀਆਂ ਅਸੀਂ 7 ਟਾਈਪਸ ਕੀਤੀਆਂ, ਉਹ ਕਿਹਦੇ ਉੱਤੇ ਡਿਪੈਂਡ ਕਰਦੇ ਹੋਏ ਕੀਤੀਆਂ, ਸ਼ੇਪ, ਕਿਤੇ ਸਫੈਰੀਕਲ, ਕਿਤੇ ਸਪਾਈਰਲ, ਕਿਤੇ ਬਰਡਡ, ਸਮਝਦੇ ਪਏ ਹੋ। ਹੁਣ ਆ ਗਿਆ ਫਲੈਜੈਲਾ ਦੇ ਬੇਸਿਸ ਦੇ ਉੱਤੇ। ਸੋ ਬੱਚੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਏ ਏ ਟ੍ਰਿਕਸ। ਇਹ ਜਿੱਥੇ ਲੱਗਾ ਹੋਵੇ ਨਾ ਉਹਦਾ ਮਤਲਬ ਹੁੰਦਾ ਵਿਦਾਊਟ। ਇਹ ਉਹ ਬੈਕਟੀਰੀਆ ਜਿਨ੍ਹਾਂ ਦੇ ਕੋਲ ਕੋਈ ਫਲੈਜੈਲਾ ਨਹੀਂ ਹੈ। ਮੋਨੋਟ੍ਰਿਕਸ, ਜਿਨ੍ਹਾਂ ਦੇ ਕੋਲ ਇੱਕ ਹੀ ਫਲੈਜੈਲਾ, ਦੇਖ ਰਹੇ ਹੋ। ਏ ਟ੍ਰਿਕਸ ਕੋਈ ਫਲੈਜੈਲਾ ਨਹੀਂ ਹੈ। ਮੋਨੋ ਮਤਲਬ ਇੱਕ ਫਲੈਜੈਲਾ, ਓਕੇ। ਮੋਨੋਟ੍ਰਿਕਸ, ਓਕੇ। ਸਿਫੈਲੋਟ੍ਰਿਕਸ, ਅੱਗੇ ਤੁਹਾਡੇ ਕੋਲ ਤੀਸਰੀ ਟਾਈਪ ਆ ਗਈ। ਐਗਜ਼ਾਮਪਲਸ ਤੁਸੀਂ ਪੜ੍ਹਨੀਆਂ ਹੁਣ। ਬਹੁਤ ਸਾਰੇ ਫਲੈਜੈਲਾ, ਸਿਫੈਲੋਟ੍ਰਿਕਸ ਦੇ ਵਿੱਚ ਕੀ ਬਹੁਤ ਸਾਰੇ ਫਲੈਜੈਲਾ ਇੱਕ ਐਂਡ ਦੇ ਉੱਤੇ ਹੀ, ਠੀਕ ਹੈ। ਐਮਫੀਟ੍ਰਿਕਸ, ਹੈ ਨਾ, ਇੱਕ ਫਲੈਜੈਲਾ ਦੋਨੋਂ ਐਂਡਸ 'ਤੇ। ਐਮਫੀਟ੍ਰਿਕਸ ਦੇ ਵਿੱਚ ਕੀ ਹੈ, ਇੱਕ ਫਲੈਜੈਲਾ ਦੋਨੋਂ ਐਂਡਸ 'ਤੇ, ਠੀਕ ਹੈ। ਲੋਪੋਟ੍ਰਿਕਸ, ਕਿਹੜੀ ਡਾਇਗਰਾਮ ਹੈ ਲੋਪੋਟ੍ਰਿਕਸ ਦੀ, ਕੀ ਕਹੋਗੇ ਦੇਖ ਕੇ, ਦੋਨੋਂ ਐਂਡਸ ਦੇ ਉੱਤੇ ਬਹੁਤ ਸਾਰੇ ਫਲੈਜੈਲਾ, ਗਰੁੱਪ ਆਫ ਫਲੈਜੈਲਾ, ਓਕੇ, ਦੋਨੋਂ ਐਂਡਸ ਦੇ ਉੱਤੇ। ਅਤੇ ਲਾਸਟ ਤੁਹਾਡੇ ਕੋਲ ਆ ਗਏ ਪੈਰੀਟ੍ਰਿਕਸ। ਇਸ ਕੇਸ ਦੇ ਵਿੱਚ ਕੀ ਹੈ, ਬੈਕਟੀਰੀਆ ਦੀ ਸਾਰੀ ਬੋਡੀ ਦੇ ਉੱਤੇ ਫਲੈਜੈਲਾ। ਗੱਲ ਸਮਝ ਗਏ। ਬਿਨਾਂ ਫਲੈਜੈਲਾ ਤੋਂ ਇੱਕ ਐਂਡ ਦੇ ਉੱਤੇ ਇੱਕੋ ਫਲੈਜੈਲਾ, ਦੋਨੋਂ ਐਂਡਸ ਦੇ ਉੱਤੇ ਇੱਕ ਫਲੈਜੈਲਾ, ਇੱਕ ਐਂਡ ਦੇ ਉੱਤੇ ਬਹੁਤ ਸਾਰੇ ਫਲੈਜੈਲਾ, ਦੋਨੋਂ ਐਂਡਸ ਦੇ ਉੱਤੇ ਬਹੁਤ ਸਾਰੇ ਫਲੈਜੈਲਾ। ਫਰਕ ਹੈ ਇਹ ਜੋ ਇੰਨੀਆਂ ਟਾਈਪਸ ਦਿੱਤੀਆਂ, ਠੀਕ ਹੈ ਨਾ, ਸਾਰਿਆਂ 'ਚ ਫਰਕ ਹੈ, ਓਕੇ, ਠੀਕ ਹੈ। ਪੈਰੀਟ੍ਰਿਕਸ, ਏਟ੍ਰਿਕਸ, ਲੋਫੋਟ੍ਰਿਕਸ, ਸਿਫੈਲੋਟ੍ਰਿਕਸ, ਐਮਫੀਟ੍ਰਿਕਸ, ਮੋਨੋਟ੍ਰਿਕਸ। ਕਦੀ ਨਹੀਂ ਸੁਣੀਆਂ ਇਹ ਚੀਜ਼ਾਂ, ਇੰਨੀ ਐਕਸਪਲੇਨੇਸ਼ਨ ਕਦੀ ਨਹੀਂ ਸੁਣੀ ਹੈ, ਓਕੇ। ਕੋਈ ਗੱਲ ਨਹੀਂ, ਧਿਆਨ ਨਾਲ ਸੁਣੋ, ਇੰਟਰਸਟ ਲਓ। ਨਾਓ ਟਿਪੀਕਲ ਬੈਕਟੀਰੀਅਲ ਸੈੱਲ ਦਾ ਸਟਰਕਚਰ ਆ ਗਿਆ। ਇਹ ਮੈਂ 2 ਮਾਰਕਸ ਦਾ ਕੁਐਸਚਨ ਜ਼ਰੂਰ ਪਾਉਂਦੀ ਹਾਂ ਕਿ ਡਰਾ ਕਰੋ, ਆਏਗਾ ਤੁਹਾਨੂੰ ਹੁਣ ਅੱਗੇ ਰਿਟਨ ਵਰਕ ਦੇ ਵਿੱਚ। ਬੈਕਟੀਰੀਅਲ ਸੈੱਲ ਦੀ ਡਾਇਗਰਾਮ ਡਰਾ ਕਰੋ, ਓਕੇ। ਸੋ ਬੈਕਟੀਰੀਅਲ ਸੈੱਲ ਦੀ ਡਾਇਗਰਾਮ ਨੂੰ ਧਿਆਨ ਨਾਲ ਦੇਖ ਲਿਆ ਜਾਏ ਪਹਿਲਾਂ, ਫਿਰ ਪੁਆਇੰਟਸ ਤੁਹਾਨੂੰ ਬੋਲ ਦੇਵਾਂਗੇ। ਸਭ ਤੋਂ ਬਾਹਰ, ਠੀਕ ਹੈ, ਥੋੜ੍ਹਾ ਜਿਹਾ ਕਹਿ ਲਓ ਕਿ ਚਿਪਕਣ ਵਾਲਾ ਜਿਹੜਾ ਇੱਕ ਮਟੀਰੀਅਲ ਹੁੰਦਾ ਹੈ, ਲੇਸਲਾ ਜਿਹਾ ਮਟੀਰੀਅਲ ਹੁੰਦਾ ਹੈ, ਉਹਦੀ ਇੱਕ ਕਵਰਿੰਗ ਪ੍ਰੈਜ਼ੈਂਟ ਹੁੰਦੀ ਹੈ ਬੈਕਟੀਰੀਆ ਦੇ ਬਾਹਰ, ਜਿਹਨੂੰ ਅਸੀਂ ਕੈਪਸੂਲ ਵੀ ਕਹਿੰਦੇ ਹਾਂ ਅਤੇ ਸਲਾਈਮ ਵੀ ਕਹਿੰਦੇ ਹਾਂ। SLIME, ਆ ਦੇਖੋ, ਸਲਾਈਮ ਜਾਂ ਫਿਰ ਕੈਪਸੂਲ। ਕੈਪਸੂਲ ਨੂੰ ਹੋਰ ਕੀ ਕਹਿੰਦੇ ਆ, ਗਲਾਈਕੋਕੈਲਿਕਸ, ਓਕੇ, ਠੀਕ ਹੈ। ਸੋ ਇਹ ਬੈਕਟੀਰੀਆ ਦੇ ਸਭ ਤੋਂ ਬਾਹਰ ਪ੍ਰੈਜ਼ੈਂਟ ਹੈ। ਉਸ ਤੋਂ ਅੰਦਰ, ਠੀਕ ਹੈ, ਉਸ ਤੋਂ ਅੰਦਰ ਵਾਲੀ ਜਿਹੜੀ ਲੇਅਰ ਆ ਬਲੈਕ ਕਲਰ ਦੀ ਨਜ਼ਰ ਆ ਰਹੀ ਹੈ। ਆ ਹੁਣ ਗ੍ਰੇ ਤੁਹਾਨੂੰ ਸਮਝ ਆ ਗਈ, ਮੈਂ ਤੁਹਾਨੂੰ ਦੱਸੂਗੀ। ਆ ਦੇਖੋ, ਗਲਾਈਕੋਕੈਲਿਕਸ, ਕੈਪਸੂਲ ਜਾਂ ਫਿਰ ਗਲਾਈਕੋਕੈਲਿਕਸ ਅਤੇ ਸਲਾਈਮ ਵੀ ਕਹਿੰਦੇ ਆ, ਪਰ ਮੈਂ ਥੋੜ੍ਹਾ ਜਿਹਾ ਦੱਸੂਗੀ ਸਲਾਈਮ ਲੇਅਰ ਕਦੋਂ ਕਹਿੰਦੇ ਆ ਅਤੇ ਕੈਪਸੂਲ ਜਾਂ ਫਿਰ ਗਲਾਈਕੋਕੈਲਿਕਸ ਕਦੋਂ ਕਹਿੰਦੇ ਆ, ਓਕੇ। ਉਸ ਤੋਂ ਬਾਅਦ ਬੱਚੇ ਆ ਬਲੈਕ ਕਲਰ ਦੀ ਸੈੱਲ ਵਾਲ। ਸੈਕਿੰਡ ਪੁਆਇੰਟ ਕੀ ਆ ਗਿਆ, ਸੈੱਲ ਵਾਲ, ਠੀਕ ਹੈ ਜੀ। ਉਸ ਤੋਂ ਅੰਦਰ ਬਲੈਕ ਕਲਰ ਦੀ, ਠੀਕ ਹੈ, ਪਲਾਜ਼ਮਾ ਮੈਂਬਰੇਨ, ਠੀਕ। ਸੋ ਬੱਚੇ ਇੱਕ ਵਾਰੀ ਫਿਰ ਤੋਂ ਦੁਬਾਰਾ ਰਿਪੀਟ ਕਰਨ ਲੱਗੀ ਹਾਂ। ਜੋ ਇਹ ਗ੍ਰੇ ਜੇ ਕਲਰ ਦੀ ਨਜ਼ਰ ਆ ਰਹੀ ਹੈ, ਗਲਾਈਕੋਕੈਲਿਕਸ। ਉਸ ਤੋਂ ਅੰਦਰ ਜੋ ਬਲੈਕ ਕਲਰ ਦੀ ਲਾਈਨਿੰਗ ਨਜ਼ਰ ਆ ਰਹੀ ਹੈ, ਸੈੱਲ ਵਾਲ।
ਉਸ ਤੋਂ ਅੰਦਰ ਬਲੈਕ ਕਲਰ ਦੀ ਨਜ਼ਰ ਆ ਰਹੀ ਹੈ ਪਲਾਜ਼ਮਾ ਮੈਂਬਰੇਨ, ਓਕੇ, ਜਿਹਨੂੰ ਕਿ ਸੈੱਲ ਮੈਂਬਰੇਨ ਵੀ ਕਹਿੰਦੇ ਹੈ। 3 ਇਹ ਲੇਅਰਸ ਹੋ ਗਈਆਂ, ਠੀਕ ਹੈ। ਸੋ ਜਿਹੜੀ ਪਲਾਜ਼ਮਾ ਮੈਂਬਰੇਨ ਹੈਗੀ ਆ ਨਾ, ਉਹਦੇ ਨਾਲ ਐਂਜ਼ਾਈਮਸ ਲੱਗੇ ਹੋਏ ਆ। ਮੈਂ ਇੱਥੇ ਦੱਸ ਦੇਣਾ ਚਾਹੁੰਦੀ ਹਾਂ, ਪਲਾਜ਼ਮਾ ਮੈਂਬਰੇਨ ਦੇ ਅੰਡਰ ਮੈਂ ਤੁਹਾਨੂੰ ਬਹੁਤ ਸਾਰੇ ਸਟਰਕਚਰ ਪੜ੍ਹਾਉਣੇ ਆ ਜਿਹੜੇ ਕਿ ਜੁੜੇ ਹੋਏ ਆ। ਆਹ ਦੇਖੋ ਹੈ ਨਾ, ਸਟਰਕਚਰਸ ਐਸੋਸੀਏਟਡ ਵਿਦ ਪਲਾਜ਼ਮਾ ਮੈਂਬਰੇਨ। ਪਲਾਜ਼ਮਾ ਮੈਂਬਰੇਨ ਦੇ ਨਾਲ ਬਹੁਤ ਸਾਰੇ ਸਟਰਕਚਰ ਜੁੜੇ ਹੋਏ ਆ, ਮੀਜ਼ੋਜ਼ੋਮ, ਫਲੈਜ਼ੈਲਾ, ਪਿਲਾਈ, ਠੀਕ ਹੈ। ਸਾਰਾ ਸਮਝਾਵਾਂਗੇ ਡਿਟੇਲ 'ਚ, ਪਹਿਲਾਂ ਦੇਖ ਲਓ, ਠੀਕ ਹੈ। ਆਹ ਦੇਖੋ ਪਲਾਜ਼ਮਾ ਮੈਂਬਰੇਨ ਦਾ ਦੇ ਨਾਲ ਹੀ ਫਲੈਜੈਲਾ ਜੁੜਿਆ ਹੋਇਆ, ਇਹ ਹੁੱਕ ਪੋਰਸ਼ਨ, ਠੀਕ ਹੈ। ਆਹ ਹੁੱਕ, ਆਹ ਛੋਟੀ ਜੀ ਉੱਪਰ, ਆਹ ਜਿਹੜੀ ਗੋਲ ਜੀ ਬੇਸਲ ਬੋਡੀ। ਫਲੈਜੈਲਾ ਦੇ 3 ਪਾਰਟ ਕਿਹੜੇ ਹੁੰਦੇ ਆ? ਹੁੱਕ, ਬੇਸਲ ਬੋਡੀ, ਫਲੈਜੈਲਮ, ਓਕੇ, ਠੀਕ ਹੈ। ਪਾਈਲਸ, ਪਿਲਾਈ, ਪਲੂਰਲ ਪਿਲਾਈ, ਸਿੰਗੂਲਰ ਪਾਈਲਸ। ਆ ਪਤਲੇ ਪਤਲੇ ਵੀ ਪਿਲਾਈ ਪ੍ਰੈਜ਼ੈਂਟ ਹੈ ਬੈਕਟੀਰੀਆ ਦੇ ਉੱਤੇ। RNA, ਠੀਕ ਹੈ ਜੀ। ਸੈਂਟਰ ਦੇ ਵਿੱਚ ਕੀ ਪਏ ਹੋਏ ਆ? ਬਹੁਤ ਸਾਰੇ RNA। ਸਾਈਟੋਪਲਾਜ਼ਮ, ਉਹ ਤਾਂ ਪਤਾ ਹੀ ਹੈ, ਡੋਟਡ 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 ਸਾਰਾ ਸਾਈਟੋਪਲਾਜ਼ਮ, ਓਕੇ, ਠੀਕ ਹੈ। ਨਿਊਕਲੀਓਇਡ, ਆਹ ਜਿਹੜਾ ਧਾਗੇ ਵਰਗਾ ਸਟਰਕਚਰ ਦੇਖੋ, ਇਹਦੇ 'ਚ ਕੋਈ ਵੀ ਟਰੂ ਨਿਊਕਲੀਅਸ ਨਹੀਂ ਨਾ ਹੁੰਦਾ। ਪ੍ਰੋਕੈਰੀਓਟਸ ਦੇ ਵਿੱਚ ਬੈਕਟੀਰੀਆ ਕੋਈ ਟਰੂ ਨਿਊਕਲੀਅਸ ਨਹੀਂ ਹੈ, ਇਸ ਕਰਕੇ ਹਮੇਸ਼ਾ ਹੀ ਲਿਖਣਾ ਨਿਊਕਲੀਓਇਡ। ਬੱਚੇ ਹਰ ਸਾਲ ਬੱਚਿਆਂ ਨੂੰ ਕਲੀਅਰ ਸਮਝਾਈਦਾ, ਠੀਕ ਹੈ, ਵੀ ਨਿਊਕਲੀਅਸ ਨਹੀਂ ਲਿਖਣਾ, ਨਿਊਕਲੀਓਇਡ ਲਿਖਣਾ, ਕਿਉਂਕਿ ਤੁਹਾਨੂੰ ਤਾਂ ਪਤਾ ਦੱਸਿਆ ਜੈਨੇਟਿਕ ਮਟੀਰੀਅਲ ਇੱਦਾਂ ਹੀ ਪਿਆ ਹੋਇਆ, ਨੇਕਡ ਪਿਆ ਹੋਇਆ, ਉਹਦੇ ਆਲੇ ਦੁਆਲੇ ਕੋਈ ਮੈਂਬਰੇਨ ਨਹੀਂ ਹੈ। ਨਿਊਕਲੀਓਇਡ ਲਿਖਣਾ, ਪਰ ਬੱਚੇ ਫਿਰ ਵੀ ਨਿਊਕਲੀਅਸ ਹੀ ਲਿਖਦੇ ਹੈ। ਮੀਜ਼ੋਜ਼ੋਮ, ਹੋਰ ਪਲਾਜ਼ਮਾ ਮੈਂਬਰੇਨ ਅੰਦਰ ਨੂੰ ਫੋਲਡ ਹੋ ਗਈ, ਠੀਕ ਹੈ, ਤਾਂ ਉਹਨੇ ਕੀ ਬਣਾ ਦਿੱਤਾ? ਮੀਜ਼ੋਜ਼ੋਮ। ਹੋਰ ਕੀ ਦੱਸਿਆ? ਪਲਾਜ਼ਮਾ ਮੈਂਬਰੇਨ ਦੇ ਨਾਲ ਬਹੁਤ ਸਾਰੇ ਕੀ ਜੁੜੇ ਹੋਏ ਆ? ਐਂਜ਼ਾਈਮਸ। ਹੋਰ ਕੀ ਨਿਕਲ ਰਿਹਾ ਪਲਾਜ਼ਮਾ ਮੈਂਬਰੇਨ 'ਚੋਂ? ਫਲੈਜ਼ੈਲਾ, ਓਕੇ। ਰਾਈਬੋਜ਼ੋਮਸ, ਗੋਲ 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 ਗੋਲ, ਹੋਰ ਕੀ ਪ੍ਰੈਜ਼ੈਂਟ ਹੈ? ਰਾਈਬੋਜ਼ੋਮਸ। ਲਿਪਿਡ ਗਲੋਬਿਊਲਸ, ਲਿਪਿਡ ਦੇ ਫੈਟਸ ਦੇ ਬਣੇ ਹੋਏ ਮੋਲੀਕਿਊਲਸ ਗੋਲ ਗੋਲ, ਠੀਕ ਹੈ ਜੀ। ਪੋਲੀ ਰਾਈਬੋਜ਼ੋਮਸ, ਜਦੋਂ RNA ਦੇ ਉੱਪਰ ਬਹੁਤ ਸਾਰੇ ਰਾਈਬੋਜ਼ੋਮਸ ਆ ਕੇ ਲੱਗ ਜਾਂਦੇ ਆ ਨਾ, ਆ ਦੇਖੋ ਮਾਲਾ ਵਰਗਾ ਇੱਕ ਸਟਰਕਚਰ ਬਣਿਆ ਹੋਇਆ। ਪੋਲੀ ਮੀਨਸ ਬਹੁਤ ਸਾਰੇ ਰਾਈਬੋਜ਼ੋਮਸ, ਉਦੋਂ ਕਹਿ ਦਿੰਦੇ ਪੋਲੀ ਰਾਈਬੋਜ਼ੋਮਸ। ਬਾਕੀ ਤੁਹਾਨੂੰ ਦੱਸਿਆ ਸੀ ਰੈਸਪੀਰੇਟਰੀ ਐਂਜ਼ਾਈਮਸ, ਪਲਾਜ਼ਮਾ ਮੈਂਬਰੇਨ ਦੇ ਨਾਲ ਕੀ ਜੁੜੇ ਹੋਏ ਆ? ਰੈਸਪੀਰੇਟਰੀ ਐਂਜ਼ਾਈਮਸ। ਸੋ ਇਹ ਅਸੀਂ 6 ਪੁਆਇੰਟ ਜਿਹੜੇ ਹੈਗੇ ਆ ਡਿਟੇਲ 'ਚ ਹੁਣ ਪੜ੍ਹਾਂਗੇ। ਇਹ ਸੀ ਬੈਕਟੀਰੀਆ ਦਾ ਸੈੱਲ ਸਟਰਕਚਰ। ਪਹਿਲਾਂ ਬੈਕਟੀਰੀਆ ਦੀਆਂ ਸ਼ੇਪਸ ਪੜ੍ਹਾ ਦਿੱਤੀਆਂ, ਠੀਕ ਹੈ ਜੀ। ਫਲੈਜੈਲਾ ਦੇ ਉੱਤੇ ਡਿਪੈਂਡ ਕਰਦੀਆਂ ਹੋਈਆਂ ਬੈਕਟੀਰੀਆ ਦੀਆਂ ਟਾਈਪਸ, ਸ਼ੇਪ ਦੇ ਹਿਸਾਬ ਦੇ ਨਾਲ ਟਾਈਪ, ਠੀਕ ਹੈ ਨਾ। ਸੋ ਬੈਕਟੀਰੀਆ ਦਾ ਸੈੱਲ ਸਟਰਕਚਰ, ਸਭ ਤੋਂ ਪਹਿਲਾਂ ਤੁਹਾਡੇ ਕੋਲ ਆ ਗਿਆ ਦਾ ਸਲਾਈਮ ਐਂਡ ਦਾ ਕੈਪਸੂਲ, ਜਿਹਨੂੰ ਹੋਰ ਕੀ ਕਹਿੰਦੇ ਆ? ਗਲਾਈਕੋਕੈਲਿਕਸ, ਠੀਕ ਹੈ। ਸੋ ਮੈਂ ਉੱਦਾਂ ਹੀ ਬੋਲਾਂਗੀ ਜਿੱਦਾਂ ਤੁਹਾਡੀ ਬੁੱਕ 'ਚ ਹੈ, ਠੀਕ ਹੈ ਜੀ। ਸੋ ਸਲਾਈਮ ਇਜ਼ ਦਾ ਜਿਲੈਟਿਨਸ ਸਬਸਟਾਂਸ secreted by the protoplast and deposited over the cell wall in the form of loose gelatinous sheath called slime layer, ਓਕੇ। ਸੋ ਮੈਂ ਹੁਣ ਪ੍ਰੋਟੋਪਲਾਸਟ ਦੇ ਬਾਰੇ 'ਚ ਨਹੀਂ ਦੱਸਣਾ ਵੀ ਉਹ ਕੀ ਹੈ, ਉਹ ਮੈਂ ਫਸਟ ਚੈਪਟਰ 'ਚ ਪੜ੍ਹਾਤਾ ਹੋਇਆ। ਸੋ ਇਹਦੇ ਆਲੇ ਦੁਆਲੇ ਮੈਂ ਪਹਿਲਾਂ ਹੀ ਦੱਸਿਆ ਹੈਗਾ, ਠੀਕ ਹੈ। ਜਿਲੈਟਿਨ ਵਰਗਾ ਥੋੜ੍ਹਾ ਜਿਹਾ ਲੇਸਲਾ ਲਚਕਦਾਰ ਜਿਹਾ ਪਦਾਰਥ ਹੈ, ਉਹਦੀ ਲੇਅਰ ਸੈੱਲ ਵਾਲ ਤੋਂ ਬਾਹਰ ਬਣ ਜਾਂਦੀ ਹੈ, ਜੋ ਮੈਂ ਗ੍ਰੇ ਕਲਰ ਦੀ ਤੁਹਾਨੂੰ ਦਿਖਾਈ ਹੈ। ਇਹ ਲੂਜ਼ ਜੀ ਜਿਹੜੀ ਸ਼ੀਥ ਬਣ ਗਈ ਹੈ, ਕਵਰਿੰਗ ਬਣ ਗਈ ਹੈ, ਇਹਨੂੰ ਕੀ ਕਹਿੰਦੇ ਆ? ਸਲਾਈਮ ਲੇਅਰ। ਅੱਛਾ, ਆਮ ਤੌਰ 'ਤੇ ਤਾਂ ਇਹ ਪੋਲੀਸੈਕਰਾਈਡ, ਹੁਣ ਤੁਹਾਨੂੰ ਇਹ ਪਤਾ ਨਹੀਂ ਪਤਾ ਹੈ ਕਿ ਨਹੀਂ ਪਤਾ ਪੋਲੀਸੈਕਰਾਈਡਸ ਕੀ ਹੁੰਦੇ ਬੱਚੇ? ਇੰਨਾ ਕਿਤੇ ਸੁਣਿਆ ਹੀ ਹੋਣਾ ਕਿ ਅਸੀਂ ਡਾਈਟ ਦੇ ਵਿੱਚ ਕੀ ਸਾਨੂੰ ਚਾਹੀਦਾ? ਕਾਰਬੋਹਾਈਡਰੇਟਸ, ਪ੍ਰੋਟੀਨਸ, ਹੈ ਨਾ, ਵਿਟਾਮਿਨਸ। ਸੋ ਇੱਕ ਕਾਰਬੋਹਾਈਡਰੇਟ ਦੀ ਟਾਈਪ ਹੈ। ਸੋ ਇਹ ਲੇਅਰ ਜਿਹੜੀ ਹੈਗੀ ਹੈ ਪੋਲੀਸੈਕਰਾਈਡਸ ਦੀ ਬਣੀ ਹੋਈ ਹੈ, ਠੀਕ ਹੈ। ਸੋ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਨਾਈਟ੍ਰੋਜੀਨਸ ਸਬਸਟਾਂਸਿਸ ਵੀ ਹੋ ਸਕਦੇ ਹੈ, ਜਿਵੇਂ ਕਿ ਅਮਾਈਨੋ ਐਸਿਡਸ ਵਗੈਰਾ, ਉਦੋਂ ਠੀਕ ਹੈ। ਫਿਰ ਇਹ ਜਿਹੜੀ ਸਲਾਈਮੀ ਲੇਅਰ ਹੈ ਨਾ, ਥੋੜ੍ਹੀ ਮੋਟੀ ਹੋ ਜਾਂਦੀ ਹੈ। ਮੈਂ ਦੱਸਿਆ ਸੀ ਨਾ, ਮੈਂ ਤੁਹਾਨੂੰ ਦੱਸੂਗੀ ਕਿ ਸਲਾਈਮ ਨੂੰ ਕੈਪਸੂਲ ਕਦੋਂ ਕਹਿੰਦੇ ਆ? ਜਦੋਂ ਸਲਾਈਮ ਜਿਹੜੀ ਸੀਗੀ ਇਕੱਲੀ ਪੋਲੀਸੈਕਰਾਈਡ ਦੀ ਨਾ ਬਣੀ ਹੋ ਕੇ ਉਹਦੇ ਵਿੱਚ ਕੋਈ ਪ੍ਰੋਟੀਨਸ ਆ ਕੇ ਐਡ ਹੋ ਗਈਆਂ, ਲੇਅਰ ਥੋੜ੍ਹੀ ਮੋਟੀ ਹੋ ਗਈ ਹੈ ਬਾਹਰ ਵਾਲੀ, ਉਦੋਂ ਅਸੀਂ ਉਹਨੂੰ ਕਹਿੰਦੇ ਕੈਪਸੂਲ। ਕੈਪਸੂਲ ਬੱਚੇ ਜ਼ਿਆਦਾ ਕਰਕੇ ਬੈਕਟੀਰੀਆ ਦੀਆਂ ਨਾ ਪੈਰਾਸੀਟਿਕ ਫਾਰਮਸ ਦੇ ਵਿੱਚ ਪਾਏ ਜਾਂਦੇ ਆ। ਪਤਾ ਹੁਣ ਤੁਹਾਨੂੰ ਪੈਰਾਸੀਟਿਕ, ਕਿਉਂਕਿ ਇਹ ਮੰਨ ਕੇ ਚੱਲੋ ਕਿ ਬੈਕਟੀਰੀਆ ਹੈ, ਇਹਨੇ ਤੁਹਾਨੂੰ ਨੁਕਸਾਨ ਪਹੁੰਚਾਉਣਾ ਹੈ ਨਾ, ਇਹਨੇ ਤੁਹਾਡੀ ਬੋਡੀ ਦੇ ਅੰਦਰ ਰਹਿ ਕੇ ਉੱਥੋਂ ਦੀ ਆਪਣਾ ਫੂਡ ਲੈਣਾ ਹੈ, ਓਕੇ, ਠੀਕ ਹੈ। ਸੋ ਪਰ ਬੈਕਟੀਰੀਆ ਖੁਦ ਵੀ ਤਾਂ ਬਚਣਾ ਚਾਹੁੰਦਾ ਨਾ। ਤੁਸੀਂ ਬੈਕਟੀਰੀਆ ਨੂੰ ਮਾਰਨ ਦੇ ਲਈ ਕੀ ਖਾਓਗੇ? ਐਂਟੀਬੋਡੀਜ਼। ਸੋ ਇਹ ਜਿਹੜੀ ਮੋਟੀ ਜਿਹੀ ਲੇਅਰ ਹੈਗੀ ਹੈ ਕੈਪਸੂਲ ਦੀ, ਇਹ ਉਹਨੂੰ ਐਂਟੀਬੋਡੀਜ਼ ਤੋਂ ਬਚਾਏਗੀ। ਹੋਰ ਕੀ ਕਰੇਗੀ? ਵਾਇਰਸ ਦਾ ਅਟੈਕ ਨਹੀਂ ਹੋਣ ਦੇਗੀ ਬੈਕਟੀਰੀਆ ਦੇ ਉੱਤੇ, ਠੀਕ ਹੈ ਜੀ। ਇਹ ਹੋ ਗਈ ਸਭ ਤੋਂ ਬਾਹਰ ਵਾਲੀ ਲੇਅਰ। ਹੁਣ ਆ ਜਾਓ ਸੈੱਲ ਵਾਲ। ਬੈਕਟੀਰੀਆ ਦੀ ਜਿਹੜੀ ਸੈੱਲ ਵਾਲ ਹੁੰਦੀ ਹੈ, ਆਊਟਰ ਰਿਜਿਡ
टफ कवरिंग होंदी है नैचुरली। सैल वाल थोड़ी हर वेले जो मर्जी फोल्ड कर गई मुरझा गई, नहीं, ठीक है, ये अपनी शेप पूरी बना के रखती है सैल वाल, है ना। नैचुरली फिर ये सैल नूं बर्स्ट नहीं होने देंदी, ना ही फटन दिंदी है, ना ही उन्होंने मुरझान दिंदी है। ओके, ऑस्मोटिक चेंजिस नहीं आन दिंदी। ऑस्मोटिक चेंजिस का मतलब ये है ना बच्चे कि भी जिस तरीके दे नाल किसी चीज़ के अंदर पानी बहुत ज़्यादा अंदर आ गया तो वो चीज़ जिहड़ी हैगी है फट भी सकती है ना। जेकर पानी किसी सैल के अंदरों बहुत सारा निकल गया तो वो मुरझा भी सकता है, ठीक है। सैल वाल जिहड़ी हैगी है, ठीक है, सो प्रॉपर शेप मेनटेन करके रखती बैक्टीरियल सैल की। सैल वाल की मोटाई कितनी हो सकती है 50 to 100 एंगस्ट्रॉम। कैमिकली ये कादी बनी हुई है, ठीक है, एसिटाइल ग्लूकोसामीन, एसिटाइल म्यूरेमिक एसिड, ठीक है, और 4 और 5 अमाइनो एसिड्स दी भी ये बनी होंगी है सैल वाल। ओके, ठीक है। अच्छा, ये सारे कैमिकल्स मैं जिन्ने भी बोले है सैल वाल दे, इन्हां दे नाल जदों कुछ होर पॉलीमर्स भी आके मिल जाते हैं ना, ठीक है, जिद्दां कि किहड़े पॉलीमर्स, पैप्टिडोग्लाइकन। तुसी बिल्कुल टेंशन नहीं लैनी है, बस पढ़ना ही है, इन्हां दी डिटेल च जाण दी लोड़ नहीं है, समझते हो। सो तुसी सिर्फ इन्ना ही सुनो समझो बहुत है, ठीक है। सो होर बहुत सारे कैमिकल जिहड़े सबसटांसिस जिहड़े कि सैल वाल दे उत्ते डिपोजिट हो सकते हैं, लिपोप्रोटीन्स, पॉलीसैकेराइड्स, लिपोपॉलीसैकेराइड्स। ओके, नाउ प्लाज्मा मैम्ब्रेन, तीसरा बैक्टीरियल सैल के अंदर की आ गया प्लाज्मा मैम्ब्रेन। ओके, सैल वाल तो अंदर होंदी है, असी बाहरों तो अंदर नूं आ रहे हैं, पता लग रहा ना। सब तो पहला स्लाइम, बार स्लाइम, उस तो अंदर सैल वाल, उस तो अंदर प्लाज्मा मैम्ब्रेन। सो बिल्कुल तीसरी मैम्ब्रेन के उत्ते असीं आ गए, नैचुरली पॉइंट भी तीसरा, ठीक है। सो ये सैल वाल तो अंदर होंदी है, काफ़ी इलास्टिक होंदी है। हुण इत्थे कुछ टर्म्स पढ़ाउण लगी हाँ, ठीक है। प्लाज्मा मैम्ब्रेन जिहड़ी होंदी है, ठीक है, वो की होंदी है सिलैक्टिवली परमीएबल। सिलैक्टिवली परमीएबल का की मतलब हैगा, हुण बच्चे हुण बैक्टीरिया जिहड़ा हैगा उन्हें कुछ खाना पीना भी है कि नहीं, है ना। सो जिथे भी वो रह रहा बाहरों दी उहदे अंदर कुछ ना कुछ आ रहा, अंदरों दी उहदी वेस्ट बाहर जा रही है, उहदे च प्लाज्मा मैम्ब्रेन हैल्प करती है। ये सिलैक्टिवली परमीएबल है, सिर्फ एक कुछ सबसटांसिस नूं ही अंदर आन दिंदी है तो कुछ सबसटांसिस नूं बाहर जान दिंदी है। प्लाज्मा मैम्ब्रेन का ये फंक्शन है, हर एक का अपना अपना फंक्शन है। स्लाइम लेयर के कितने फंक्शन दसे, सैल वाल दे दसे, इस तरीके नाल प्लाज्मा मैम्ब्रेन जिहड़ी है पहला सिलैक्ट करती है किहड़ा मटीरियल अंदर आएगा तो किहड़ा बाहर जाएगा। ये कादी बनी होंदी है प्लाज्मा मैम्ब्रेन, फॉस्फोलिपिड्स दी, प्रोटीन्स दी, पॉलीसैकेराइड्स दी। प्लाज्मा मैम्ब्रेन जिहड़ी हैगी है इहदे उत्ते बैक्टीरिया दे बहुत सारे, हुण पता तुहानूं ये कैटाबोलिक एनाबोलिक पाथवे की है वापरते हैं, ठीक है, एंजाइम्स जुड़े होंगे ये नाल। सो होर किहड़े स्ट्रक्चर बनाती है प्लाज्मा मैम्ब्रेन अंदर नूं फोल्ड होके। उहदे च सब तो पहला तुहाडे कोल आ गया मीजोजोम, आ गोल जिहा घड़े वर्गा स्ट्रक्चर मीजोजोम, ठीक है जी। फ्लैजेला, ये प्लाज्मा मैम्ब्रेन वाले पॉइंट च ही लिखना, बुक खोल के देख लियो, फ्लैजेला, ठीक है जी। नंबर 3 पिलाई, ठीक है। सो इत्थे तक वीडियो नूं तुसीं पहलां सुनना है, फिर असीं अगे करांगे।